ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਚਰਚਾ ਤੋਂ ਅੱਗੇ ਕੱਲ ਵੀਡੀਓ ਅਚਾਨਕ ਬੰਦ ਹੋ ਗਿਆ ਸੀ ਤੇ ਕੱਲ ਗੱਲ ਹੋ ਰਹੀ ਸੀ ਤਾਤੀ ਵਾਉ ਨਾ ਲੱਗ गई पार ब्रह्म शरनाई चौगिर्द हमारे राम का दुख लगे ना पाई सतगुर पूरा भेटिया जिन बनत बनाई। ਅੱਜ ਅਸੀਂ ਅਗਲੀ ਦੋ ਵਾਕਿਆ ਨੂੰ ਵਿਆਖਿਆ ਕਰਾਂਗੇ। ਰਾਖ ਲਿਓ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ। ਉਹ ਰੱਖਣਹਾਰ ਪਰਮਾਤਮਾ ਸਾਨੂੰ ਹੱਥ ਦੇ ਕੇ ਰੱਖ ਲਏਗਾ ਔਰ ਸਾਡੀਆਂ ਸਾਰੀ ਵਿਆਦੀਆਂ ਤੋਂ ਬਿਆਦ ਬਣਿਆ। ਵਿਆਦੀਆਂ ਮੀਨਸ ਦੁੱਖ, ਬਿਮਾਰੀਆਂ, ਦਰਦ। राख लियो तिन रखणहार सब व्याध मिटाई कहो नानक किरपा पई प्रभु पए सहाई। एक बहुत ਵੱਡੀ ਗੱਲ ਹੈ ਕਿ ਬਾਣੀ ਦੇ ਵਿੱਚ ਨਾਨਕ ਆਪ ਜਗਤ ਦੇ ਵਿੱਚ ਪਰਮਾਤਮਾ ਬਣ ਕੇ ਆਏ ਹੈ, ਫਿਰ ਵੀ ਉਹ ਆਪਣੇ ਆਪ ਨੂੰ ਸਰਵੈਂਟ ਲਿਖਦੇ ਹੈ, ਕਈ ਜਗ੍ਹਾ ਦਾਸ ਲਿਖਦੇ ਹੈ। ਇਸ ਲਈ ਜਦ ਵੀ ਬਾਣੀ ਪੜ੍ਹਨੀ ਹੈ ਕਹੋ ਨਾਨਕ, ਉਸ ਤੋਂ ਬਾਅਦ फिर एक विराम है, कौमा है कि नानक कह रहे हैं कहो नानक कृपा पई प्रभु पय सहाय। अगर प्रभु की कृपा हो गई तो सहाय होए। आज दूसरी गल करांगे। इस पृथ्वी ते एक देहधारी शरीरधारी एक ही व्यक्ति होए, वो धन धन श्री गुरु नानक देव जी, जिन्हों ने पैदल ਇੰਨੀ ਯਾਤਰਾ ਕੀਤੀ ਸ਼ਾਇਦ ਹੀ ਪਿਛਲੇ 1 ਲੱਖ ਸਾਲ ਤੋਂ ਕਿਸੇ ਨੇ ਕੀਤੀ ਹੋਈ। ਗੁਰੂ ਨਾਨਕ ਦੇਵ ਜੀ ਨੂੰ ਐਨਲਾਈਟਨਮੈਂਟ, ਸਿੱਧੀ ਜਾਂ ਬੁੱਧੀ ਸਿੱਧੀ ਦਾ ਗਿਆਨ ਪੰਜਾਬ ਦੇ ਜਲੰਧਰ ਦੇ ਲਾਗੇ ਕਪੂਰਥਲੇ ਤੋਂ 70 ਕਿਲੋਮੀਟਰ ਦੂਰ ਸੁਲਤਾਨਪੁਰ ਲੋਧੀ ਦਾਸ ਨੂੰ ਇਹ ਕਿਰਪਾ ਹੋਈ ਕਿ ਮੈਂ ਉੱਥੇ ਦਰਸ਼ਨ ਕਰਕੇ ਆਇਆ। ਉਸ ਨਦੀ ਜਿਹਨੂੰ ਬੇਈ ਕਹਿੰਦੇ ਆ ਪੰਜਾਬੀ 'ਚ, ਇੰਗਲਿਸ਼ BEIN, ਬੇਈਨ ਨਦੀ, ਉਸ ਦੇ ਦਰਸ਼ਨ ਕੀਤੇ, ਉਹਦੇ ਪਾਣੀ ਨੂੰ ਹੱਥ ਲਾਇਆ। ਧੰਨ ਧੰਨ ਸਾਡਾ ਜੀਵਨ ਸਫਲ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਆਪਣੀ 3 ਧਾਰਮਿਕ ਯਾਤਰਾ ਕੀਤੀਆਂ। ਹਰ ਧਾਰਮਿਕ ਯਾਤਰਾ ਨੂੰ ਉਦਾਸੀ ਕਹਿੰਦੇ ਆ। ਗੁਰੂ ਨਾਨਕ ਦੇਵ ਜੀ ਇੱਕ ਗ੍ਰਹਸਥ ਸੀ, ਉਹਨਾਂ ਨੇ ਵਿਵਾਹ ਕੀਤਾ ਸੀ, ਉਹਨਾਂ ਦੀ 2 ਔਲਾਦ, 2 ਲੜਕੇ ਸੀ। ਪਹਿਲੀ ਉਦਾਸੀ 'ਚ ਉਹਨਾਂ ਨੇ ਕਿੱਥੇ ਗਏ, ਦੂਸਰੀ 'ਚ ਗਏ, ਤੀਸਰੀ 'ਚ ਕਿੱਥੇ ਗਏ, ਮੈਂ ਪੂਰਾ ਵਿਵਰਣ ਨਾ ਦੇकर ਤੁਹਾਨੂੰ ਸਿਰਫ ਇੰਨਾ ਦੱਸਾਂਗਾ। ਤੁਸੀਂ ਸਿਰਫ ਇਮੇਜਿਨ ਕਰੋ ਦੂਰੀ ਦਾ। ਗੁਰੂ ਨਾਨਕ ਦੇਵ ਜੀ ਪਹਿਲੋਂ ਉੱਥੋਂ ਪੈਦਲ ਅਯੋਧਿਆ ਗਏ, ਯਾਨੀ UP ਗਏ। ਗੁਰੂ ਨਾਨਕ ਦੇਵ ਜੀ ਭਾਰਤ ਦੇ ਅੰਦਰ ਮਹਾਰਾਸ਼ਟਰ, ਮੱਧ ਪ੍ਰਦੇਸ਼ ਨੂੰ ਉਦੋਂ ਮਹਾਰਾਸ਼ਟਰ ਦੇ ਨਾਲ ਮਿਲ ਕੇ ਸੈਂਟਰਲ ਪ੍ਰਦੇਸ਼ ਕਹਿੰਦੇ ਸੀ, ਮੰਡਲਾ ਗਏ ਔਰ ਜਬਲਪੁਰ ਵੀ ਆਏ। ਇੱਥੋਂ ਫਿਰ ਅੱਗੇ ਜਾਂਦੇ ਹੋਏ कर्नाटक तक गए जिथे नांदेड़ साहब है, श्रीलंका गए, उड़ीसा गए, नेपाल गए, बांग्लादेश गए, कश्मीर गए। तुसी मैप अपने सामने रखो और तुहानू पता लगेगा। रशिया गए, इराक गए, सऊदी अरब गए और हुण कथा च पता लगता है कि वो यूरोप भी गए। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੱਜ ਅਸੀਂ ਇੱਕ ਹੋਰ ਛੋਟੀ ਜਿਹੀ ਚੀਜ਼ ਤੇ ਗੱਲ ਕਰਾਂਗੇ। ਗੁਰੂ ਨਾਨਕ ਦੇਵ ਜੀ ਐਸੀ 2 ਜਗ੍ਹਾ ਤੇ ਗਏ, ਸਿੱਖ ਧਰਮ ਦੇ ਇਲਾਵਾ ਬਾਕੀ ਧਰਮ 'ਚ ਤੁਹਾਨੂੰ ਪਤਾ ਹੋਏਗਾ ਕਿ ਨੌਨ ਉਸ ਧਰਮ ਦੇ ਮਤਲਬ ਅਗਰ ਹਿੰਦੂ ਹੈ ਤੇ ਨੌਨ ਹਿੰਦੂ ਬਹੁਤ ਸੇ ਮੰਦਰਾਂ 'ਚ ਨਹੀਂ ਜਾ ਸਕਦੇ। ਇੱਥੇ ਤੱਕ ਕਿ ਇਸਤਰੀਆਂ ਨਹੀਂ ਜਾ ਸਕਦੀਆਂ। ਇਸਲਾਮ 'ਚ ਵੀ
ਕਾਬਾ ਜੋ ਸਾਊਦੀ ਅਰਬ 'ਚ ਹੈ, ਉੱਥੇ ਨੌਨ ਮੁਸਲਿਮ ਨਹੀਂ ਜਾ ਸਕਦੇ। ਬਹੁਤ ਸੇ ਧਰਮਾਂ 'ਚ ਤੁਹਾਨੂੰ ਪਤਾ ਹੋਏਗਾ ਬਹੁਤ ਸਾਰੇ ਧਰਮ ਹੈ। ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਦੇ ਮੰਦਰ ਗਏ, ਉੱਥੇ ਦੀ ਵਿਵਰਣ ਗੁਰੂ ਗ੍ਰੰਥ ਸਾਹਿਬ 'ਚ ਹੈਗੇ ਹੈ। ਉਸ ਮੰਦਰ 'ਚ ਇੰਦਰਾ ਗਾਂਧੀ ਰਾਜੀਵ ਗਾਂਧੀ ਨੂੰ ਮਨਾ ਕਰ ਦਿੱਤਾ ਗਿਆ ਸੀ, ਕਿਉਂਕਿ ਇੰਦਰਾ ਗਾਂਧੀ ਜੀ ਦਾ ਵਿਵਾਹ ਇੱਕ ਮੁਸਲਮਾਨ ਨਾਲ ਹੋਇਆ ਸੀ ਔਰ ਰਾਜੀਵ ਗਾਂਧੀ ਜੀ ਦਾ ਇੱਕ ਕ੍ਰਿਸਚਨ ਲੇਡੀ ਨਾਲ ਹੋਇਆ ਸੀ। ਔਰ ਦੂਸਰਾ, ਗੁਰੂ ਨਾਨਕ ਦੇਵ ਜੀ ਕਾਬਾ ਸਾਊਦੀ ਅਰਬ ਗਏ ਸੀ। ਤੁਸੀਂ ਜਾਣਦੇ ਹੋ ਉੱਥੇ ਉਹਨਾਂ ਨੇ ਕਾਬੇ ਨੂੰ ਜੋ ਹੈ ਘੁੰਮਦਾ ਹੋਇਆ ਉੱਥੇ ਦੇ ਲੋਕਾਂ ਨੂੰ ਦਿਖਾ ਦਿੱਤਾ ਸੀ। ਕਿੰਨੀ ਵੱਡੀ ਸ਼ਖਸੀਅਤ ਸੀ। ਐਸਾ ਉਦਾਹਰਣ ਇਤਿਹਾਸ ਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਮਿਲੇਗਾ। ਅੱਜ ਅਗਰ ਇੱਕ ਹੋਰ ਅੱਖਰ ਦੀ ਇਜਾਜ਼ਤ ਹੋਵੇ ਤਾਂ ਤੁਸੀਂ ਪੜੋਗੇ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਜੇ ਕੋਈ ਬੁਝ ਜਾਏਗਾ, मतलब ਜਿਸ ਨੂੰ ਇਹ ਪਤਾ ਲੱਗ ਜਾਏਗਾ ਕਿ ਜੋ ਵੀ ਹੋ ਰਿਹਾ ਹੈ ਉਹ ਨਾਨਕ ਕਹਿੰਦੇ ਹੈ ਪ੍ਰਭੂ ਦੇ ਹੁਕਮ ਨਾਲ ਹੋ ਰਿਹਾ ਹੈ, ਨਾਨਕ ਦੇ ਹੁਕਮ ਨਾਲ ਹੋ ਰਿਹਾ ਹੈ, ਤੇ ਉਹਦੇ ਵਿੱਚ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ, ਮੇਰਾ। ਹਉਮੈ ਦਾ ਮਤਲਬ ਅਹਿਮ, ਅਹਿਮ ਦਾ ਮਤਲਬ ਮੇਰਾ। ਅਗਰ ਮੈਂ ਜਲਦੀ ਹਸਪੀਟਲ ਚਲੇ ਜਾਂਦਾ, ਅਗਰ ਮੈਂ ਇਹ ਕਰ ਲੈਂਦਾ ਤਾਂ ਉਹ ਬਚ ਜਾਂਦੇ, ਅਗਰ ਮੈਂ ਇਹ ਹੋ ਜਾਂਦਾ ਤਾਂ ਬਿਮਾਰੀ ਨਾ ਹੁੰਦੀ, ਅਗਰ ਇਹ ਹੁੰਦਾ ਤਾਂ ਇਹ ਹੁੰਦਾ। ਅਗਰ ਨਾਨਕ ਕਹਿੰਦੇ ਹੈ ਪ੍ਰਭ ਦਾ ਹੁਕਮ ਹੈ ਤੇ ਹਉਮੈ ਕੋਈ ਨਾ ਕਹੀ, ਤੇ ਹਉਮੈ ਮਤਲਬ ਅਹਿਮ ਕੋਈ ਨਹੀਂ ਕਹੂਗਾ। ਅੱਜ ਦੀ ਚਰਚਾ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।